ਇੱਕ ਵਾਰੀ ਫਿਰ ਸਵਾਗਤ ਹੈ ਜੀ ਵਾਇਸ ਆਫ ਇੰਡੀਆ ਤੇ ਆਪ ਸਭਨਾਂ ਦਾ। ਅੱਜ ਅਸੀਂ ਰੀਅਲ estate ਮਾਰਕੀਟ ਦੀ ਅਪਡੇਟਸ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸਾਡੇ ਵਿਸ਼ੇਸ਼ ਮਹਿਮਾਨ ਨੇ ਸਾਡੇ ਰੀਅਲਟਰ ਸਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ ਜਵੰਦਾ ਸਤਿ ਸਾਹਿਬ। ਸ਼੍ਰੀ ਅਕਾਲ ਜੀ। ਜਵੰਦਾ ਸਾਹਿਬ, ਮਾਰਕੀਟ ਅਪਡੇਟਸ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਇਹ ਗੱਲ ਅਕਸਰ ਪਹਿਲਾਂ ਟੋਰਾਂਟੋ ਤੇ ਵੈਨਕੂਵਰ ਬਾਰੇ ਹੁੰਦੀ ਸੀ। ਗੌਰਮੈਂਟ ਲੈਵਲ ਤੇ ਵੀ ਬੜੀ ਚਿੰਤਾ ਹੁੰਦੀ ਸੀ ਜੀ ਟੋਰਾਂਟੋ ਮਾਰਕੀਟ ਨੂੰ ਅਪਡੇਟ ਬੜੀ ਹੌਟ ਹੈ, ਕਿਵੇਂ ਠੰਡਿਆ ਕੀਤਾ ਜਾਵੇ। ਵੈਨਕੂਵਰ ਮਾਰਕੀਟ ਬੜੀ ਹੌਟ ਹੈ, ਬੜੇ ਬਾਇਰ ਉੱਥੇ ਹੁੰਦੇ ਆ। ਘਰ ਜਦੋਂ ਮਾਰਕੀਟ ਵਿੱਚ ਸੈਲਿੰਗ ਲਈ ਆਉਂਦੇ ਆ ਤੇ ਉਹ ਬਿਡਿੰਗ ਵਾਰ ਬੜੀ ਹੁੰਦੀ ਆ, ਮਹਿੰਗੇ ਵਿਕਦੇ। ਵਿਨੀਪੈਗ 'ਚ ਵੈਸੇ ਇੱਦਾਂ ਹੁੰਦੀ, ਕਦੀ ਕਦੀ ਹੁੰਦੀ ਹੈ, ਹੁਣ ਫਿਰ ਹੋਈ ਹੈ। ਕੀ ਕਾਰਨ ਹੋ ਸਕਦੇ ਜੀ? ਵੱਡੇ ਸ਼ਹਿਰਾਂ ਦੇ ਮੁਕਾਬਲੇ 'ਚ ਇਸ ਛੋਟੇ ਸ਼ਹਿਰ ਵਿੱਚ ਵੀ ਬਿਡਿੰਗ ਵਾਰ ਦੀ ਗੱਲ, ਹੌਟ ਮਾਰਕੀਟ ਦੀ ਗੱਲ, ਮਹਿੰਗੇ ਘਰਾਂ ਦੀ ਗੱਲ, ਇਹ ਸਾਰਾ ਕੁਛ ਕਿਉਂ ਹੋ ਰਿਹਾ? ਦੇਖੋ ਐਮਪੀ ਸਿੰਘ ਜੀ, ਜਦੋਂ ਇੱਕ ਕਹਿੰਦੇ ਨਾ ਪੰਜਾਬੀ 'ਚ ਕਹਾਵਤ ਹੈ, ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ। ਹੁਣ ਟੋਰਾਂਟੋ ਹੈ, ਵੈਨਕੂਵਰ ਹੈ, ਮੈਗਾ ਸਿਟੀਜ਼ ਹੈਗੇ ਆ। ਉੱਥੇ ਵੈਨਕੂਵਰ ਦੀ ਟੋਪੋਗ੍ਰਾਫੀਕਲ ਸਿਚੁਏਸ਼ਨ ਵੇਖੋ, ਇੱਕ ਸਾਈਡ 'ਤੇ ਸਮੁੰਦਰ ਹੈ, ਇੱਕ ਸਾਈਡ 'ਤੇ ਪਹਾੜ ਹੈ, ਇੱਕ ਸਾਈਡ 'ਤੇ ਅਮਰੀਕਾ ਹੈ। ਐਕਸਪੈਂਸ਼ਨ ਜਿਹੜੀ ਇੱਕ ਸਾਈਡ 'ਤੇ ਹੋ ਸਕਦੀ ਉੱਥੇ। ਹਾਂਜੀ, ਓਵਰਆਲ ਦੇਖੋ ਤੁਸੀਂ, ਉੱਥੇ ਬਹੁਤ ਜ਼ਿਆਦਾ ਰਾਈਜ਼ ਕੀਤੇ ਪ੍ਰਾਈਸ। ਠੀਕ ਹੈ ਜੀ। ਰਾਈਜ਼ ਜਿਹੜੇ ਕੀਤੇ ਆ ਉਹਨਾਂ ਨੂੰ ਕਈਆਂ ਨੇ ਜਿਹੜਾ ਚਾਈਨਾ ਤੋਂ ਪੈਸਾ ਆਉਂਦਾ ਹੈਗਾ ਜਾਂ ਉੱਥੋਂ ਇਨਵੈਸਟਰ ਉਹਦੇ ਨਾਲ ਜੋੜਿਆ ਹੈ, ਕਈਆਂ ਨੇ ਇਹਨਾਂ ਨੂੰ ਇਸ ਚੀਜ਼ ਨੂੰ ਹੋਰ ਚੀਜ਼ਾਂ ਨਾਲ ਜੋੜ ਕੇ ਦੇਖਿਆ। ਠੀਕ ਹੈ ਜੀ। ਬਟ ਮੈਂ ਨੋਰਮਲ ਦੇਖਦਾ ਹੁੰਦਾ ਕਿ ਉਹਦਾ ਇਫੈਕਟ ਸਾਡੇ ਸਿਟੀ 'ਤੇ ਕੀ ਪਿਆ ਹੈਗਾ। ਸਾਡੇ ਸਿਟੀ 'ਤੇ ਇਹ ਪਿਆ ਹੈ ਕਿ ਹੁਣ ਪਿਛਲੇ ਕੁਝ ਦਿਨਾਂ ਤੋਂ ਵੋਲਿਊਮ ਆਫ ਦਾ ਕਾਲਸ ਵੱਧ ਗਿਆ ਹੈ ਉਹਨਾਂ ਸਿਟੀਜ਼ ਤੋਂ, ਕਿ ਲੋਕੀ ਸ਼ਾਇਦ ਤੰਗ ਆ ਚੁੱਕੇ ਨੇ ਜਾਂ ਉਸ ਚੀਜ਼ ਤੋਂ ਘਬਰਾ ਗਏ ਨੇ, ਔਰ ਉੱਥੋਂ ਦੀ ਬਜਾਏ ਸਾਡੇ ਵਰਗੇ ਸਿਟੀਜ਼ ਜਿਸ ਤਰ੍ਹਾਂ ਵਿਨੀਪੈਗ ਹੋਇਆ ਜਾਂ ਸੈਸਕੇਟੂਨ ਹੋਇਆ, ਰਜਾਇਨਾ ਹੋਇਆ, ਉਹਨਾਂ ਸਿਟੀਜ਼ ਵੱਲ ਧਿਆਨ ਉਹਨਾਂ ਦਾ ਹੋਇਆ। ਹੁਣ ਜਿਹੜਾ ਘਰ ਇੱਥੇ 5.5 ਲੱਖ ਦਾ ਮਿਲਦਾ ਹੈ, ਉੱਥੇ ਹੈ 1.5 ਮਿਲੀਅਨ ਦਾ। ਠੀਕ ਹੈ ਜੀ। ਉਹ ਕਹਿੰਦੇ ਹਾਂਜੀ, ਉਹ 3 ਆ ਜਾਂਦੇ ਆ। ਉਹ ਕਹਿੰਦੇ ਚਲੋ ਆਪਾਂ ਕਿਉਂ ਨਾ ਵਿਨੀਪੈਗ ਪਤਾ ਕਰਦੇ ਹਾਂ। ਨਹੀਂ, ਇਹ ਇਨਵੈਸਟਰ ਕਰਦੇ ਇੱਦਾਂ, ਇਨਵੈਸਟਰ ਵੀ ਕਰਦੇ ਆ। ਔਰ ਕਈ ਲੋਕ ਜਿਹੜੇ ਜਿਨ੍ਹਾਂ ਦਾ ਸੁਪਨਾ ਸੀ ਘਰ ਲੈਣ ਦਾ ਜਾਂ ਸੈਕਿੰਡ ਪ੍ਰੋਪਰਟੀ ਲੈਣ ਦਾ ਜਾਂ ਕੋਈ ਆਪਣੇ ਨੈਕਸਟ ਜਨਰੇਸ਼ਨ ਨੂੰ ਸੈਟਅਪ ਕਰਨ ਦਾ, ਉਹ ਵੀ ਕਰਦੇ ਹੈਗੇ ਕਾਲਾਂ। ਕੁਛ ਵੈਸੇ ਇਨਕੁਆਇਰੀਆਂ ਕਰਦੇ ਹੈਗੇ ਵੀ ਕੀ ਟ੍ਰੈਂਡ ਟ੍ਰੈਡੀਸ਼ਨ ਚੱਲ ਰਿਹਾ ਹੈਗਾ ਵਿਨੀਪੈਗ 'ਚ। ਸੋ ਐਂਡ ਜਦੋਂ ਉੱਥੋਂ ਕਾਲਾਂ ਆਉਂਦੀਆਂ ਹੈਗੀਆਂ ਨੇ ਤੇ ਨੈਚੁਰਲੀ ਹੈ ਕਿ ਜੇ ਸਾਡੇ ਇੱਥੇ 2000 ਦੇ ਕਰੀਬ ਰੀਅਲ ਸਟੇਟ ਏਜੰਟ ਹੈਗੇ ਨੇ ਤੇ ਕੁਛ ਟ੍ਰਾਂਜੈਕਸ਼ਨ ਹੁੰਦੀਆਂ ਵੀ ਨੇ, ਹੋਈਆਂ ਵੀ ਹੋਣਗੀਆਂ ਨਾ ਜੀ, ਸਾਰਿਆਂ ਨੂੰ। ਔਰ ਹਾਂਜੀ, ਫਿਰ ਉਸ ਤੋਂ ਬਾਅਦ ਆ ਗਿਆ ਜੀ ਜਿਹੜੇ ਨੰਬਰ ਆਫ ਇਮੀਗ੍ਰੈਂਟਸ ਆ ਉਹ ਵੀ ਵਧੇ ਇੱਥੇ। ਸਟੂਡੈਂਟ ਜਿਹੜੇ ਨੇ ਉਹ ਵੀ ਬਹੁਤ ਵੱਡੇ ਲੈਵਲ 'ਤੇ ਉਹ ਇਮੀਗ੍ਰੈਂਟ ਹੋਏ ਆ। ਅਤੇ ਜਦੋਂ ਇਮੀਗ੍ਰੈਂਟ ਹੁੰਦੇ ਆ ਫਿਰ ਉਹਨਾਂ ਦਾ ਹੁੰਦਾ ਕਿ ਘਰ ਲਿਆ ਜਾਏ, ਬਾਈ ਕੀਤਾ ਜਾਏ। ਸੋ ਇਹ ਸਾਰਾ ਜਿਹੜਾ ਕੋਲੈਕਟਿਵ ਜਿਹੜਾ ਟ੍ਰੈਂਡ ਜਿਸ ਡਾਇਰੈਕਸ਼ਨ ਨੂੰ ਇਹ ਲੈ ਕੇ ਗਿਆ ਕਿ ਜਿਹੜਾ ਹਾਊਸਿੰਗ ਸੈਕਟਰ ਦੀ ਡਿਮਾਂਡ ਐਂਡ ਸਪਲਾਈ ਸੀ ਉਹ ਬੜੀ ਬੁਰੀ ਤਰ੍ਹਾਂ ਅਫੈਕਟ ਕੀਤੀ ਹੈ। ਤੁਸੀਂ ਇਸ ਏਰੀਆ ਦਾ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਇੱਕ ਸਰਟਨ ਮੇਪਲ ਦਾ ਏਰੀਆ ਜਾਂ ਕੋਈ ਤੁਸੀਂ ਲਾ ਲਓ 1-2 ਹੋਰ ਨੇਬਰਹੁੱਡ ਕਰਕੇ, ਇਹਨਾਂ ਦਿਨਾਂ 'ਚ ਕਮ ਸੇ ਕਮ 40 ਤੋਂ 50 ਘਰ ਸੇਲ 'ਤੇ ਹੁੰਦੇ ਸੀ। ਲੇਕਿਨ ਹੁਣ ਜਿਹੜੇ ਨੇ 17 ਜਾਂ 18 ਘਰ ਹੈ ਨੇ। ਲੇਕਿਨ ਔਨ ਦਾ ਅਦਰ ਹੈਂਡ ਜਿਹੜੇ ਨੰਬਰ ਆਫ ਪੀਪਲ ਨੇ, ਜਿਹੜੇ ਹਾਊਸ ਸੀਕਰਸ ਹੈਗੇ ਨੇ, ਜਿਹੜੇ ਹਾਊਸ ਬਾਇਰਸ ਹੈਗੇ ਨੇ, ਉਹ 2 ਟਾਈਮ 3 ਟਾਈਮ ਵੱਧ ਗਏ ਹੈਗੇ ਆ। ਸੋ ਜਿਹੜਾ ਡਿਮਾਂਡ ਐਂਡ ਸਪਲਾਈ ਦਾ ਜਿਹੜਾ ਬੈਲੈਂਸ ਸੀ ਨਾ ਉਹ ਬੁਰੀ ਤਰ੍ਹਾਂ ਵਿਗੜ ਗਿਆ। ਠੀਕ ਹੈ ਜੀ। ਔਰ ਜਦੋਂ ਇਹ ਸਿਚੁਏਸ਼ਨ ਚੱਲਦੀ ਹੈ ਕਿ ਇੱਕ ਘਰ ਸੇਲ 'ਤੇ ਆਇਆ ਹੈ ਅਤੇ ਉਹਦੇ 'ਤੇ 4-4 5-5 6-6 ਈਵਨ 10-10 ਪਿੱਛੇ 'ਤੇ ਪਤਾ ਲੱਗਾ ਸਾਊਥ ਵਾਲੇ ਪਾਸੇ ਇੱਕ 30 ਆਫਰਾਂ ਆਈਆਂ ਘਰ ਦੇ ਉੱਤੇ। ਅਤੇ ਫਿਰ ਜਿਹੜਾ ਇੱਕ ਜਿਸ ਆਦਮੀ ਨੇ, ਜਿਸ ਪਰਿਵਾਰ ਨੇ, ਜਿਸ ਜੈਂਟਲਮੈਨ ਨੇ ਇਹ ਮਾਈਂਡ ਮੇਕਅਪ ਕੀਤਾ ਹੁੰਦਾ ਕਿ ਮੈਂ 2021 ਦੀ ਮਾਰਚ ਦੇ ਮਹੀਨੇ ਜਾਂ ਅਪ੍ਰੈਲ ਦੇ ਮਹੀਨੇ ਮੇਰੀ ਲੀਜ਼ ਜਿਹੜੀ ਅਪ ਹੋਣੀ ਹੈ, ਮੈਂ ਘਰ ਲੈ ਲੈਣਾ, ਉਹ ਘਬਰਾ ਜਾਂਦਾ। ਉਹ ਕਹਿੰਦਾ ਪਤਾ ਨਹੀਂ ਇਹ ਹੁਣ ਇਹ ਹਾਲ ਹੈ, ਅੱਗੋਂ ਕਿੱਦਾਂ ਦਾ ਹੋਣਾ। ਠੀਕ ਹੈ ਜੀ। ਔਰ ਅੱਗੋਂ ਕਿੱਦਾਂ ਦਾ ਹੋਣਾ ਸੋਚ ਕੇ ਫਿਰ ਉਹ ਕਹਿੰਦਾ ਵੀ ਜਿਸ ਪ੍ਰਾਈਸ 'ਤੇ ਮਿਲਦਾ ਚੱਕੋ ਇਹਨੂੰ। ਆਪਣੇ ਰੀਅਲਟਰ ਨੂੰ ਕਹਿੰਦਾ ਕਿ ਭਾਵੇਂ ਮੇਰੀ ਜਿਹੜੀ ਹੈ ਇੱਥੋਂ ਤੱਕ ਕਰ ਦੇ, ਇੰਡੀਆ ਤੋਂ ਮੰਗਾ ਲਾਂਗਾ ਮੈਂ ਪੈਸੇ ਜਾਂ ਇੱਧਰ ਉੱਧਰ ਕਰਕੇ ਮੈਂ ਇਹਨੂੰ ਲੈ ਲੈਣਾ ਹੈਗਾ। ਅਤੇ ਜਦੋਂ ਇਹ ਟਰੈਂਡ ਚੱਲ ਪੈਂਦਾ ਹੈ ਅਤੇ ਉਸ ਟਾਈਮ 'ਤੇ ਫਿਰ ਜਿਹੜੀ ਇਹ ਦੌੜ ਹੈ ਉਹ ਹੋਰ ਤੇਜ਼ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਹੈਗੇ ਆ। ਫਿਰ ਹੋਰ ਮਤਲਬ ਮਹਿੰਗੇ ਹੋਣਗੇ ਘਰ, ਮਹਿੰਗੇ ਹੋਣਗੇ। ਇਹ ਵੈਸੇ ਗੱਲ ਸੱਚ ਹੈ ਕਿ ਜੀ ਘਰਾਂ ਦੀ ਸੱਚੀ ਮੁੱਚੀ ਸਪਲਾਈ ਘੱਟ ਹੈ ਅਤੇ ਡਿਮਾਂਡ ਜ਼ਿਆਦਾ?
ਜਦੋਂ ਆਪਾਂ ਦੂਜੇ ਪਾਸੇ ਧਿਆਨ ਕਰਦੇ, ਸ਼ਹਿਰ ਦੇ ਚਾਰੇ ਪਾਸੇ ਕੰਸਟਰਕਸ਼ਨ ਹੋ ਰਹੀ ਹੈ, ਨਵੇਂ ਘਰ ਬਣ ਰਹੇ, ਨਵੇਂ ਡਿਵੈਲਪਮੈਂਟਸ ਹੋ ਰਹੀਆਂ। ਤੁਸੀਂ ਕਿਸੇ ਏਰੀਆ 'ਚ ਮਹੀਨਾ ਕੁ ਠਹਿਰ ਕੇ ਜਾਓ, ਉੱਥੇ ਤੁਹਾਨੂੰ ਲੱਗਦਾ ਵੀ ਤਾਂ ਇੱਥੇ ਕੁਝ ਵੀ ਨਹੀਂ ਸੀ ਹੈਗਾ, ਤੇ ਹੁਣ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ। ਠੀਕ ਹੈ ਜੀ। ਇੰਨੀ ਡਿਵੈਲਪਮੈਂਟ ਹੋਣ ਦੇ ਬਾਵਜੂਦ ਵੀ ਡਿਮਾਂਡ ਜਿਹੜੀ ਆ ਉਹ ਪੂਰੀ ਨਹੀਂ ਕੀਤੀ ਜਾ ਰਹੀ। ਨਹੀਂ, ਜਦੋਂ ਨੰਬਰ ਆਫ ਬਾਇਰ ਜਦੋਂ ਵੱਧ ਜਾਂਦੇ ਆ ਨਾ, ਜਿਹੜੇ ਘਰਾਂ ਦਾ ਜਿਨ੍ਹਾਂ ਨੇ ਟੇਕ ਲਾਈ ਹੁੰਦੀ ਵੀ ਆਪਾਂ ਬਾਏ ਕਰਨੇ ਆ, ਔਰ ਔਨ ਦਾ ਅਦਰ ਹੈਂਡ ਇੱਥੇ ਵਿਨੀਪੈਗ ਦਾ ਕੀ ਹੈ ਕਿ ਇੱਕ ਨੇਬਰਹੁੱਡ ਜਿਹੜੀ ਹੈ, ਇੱਕ ਡਿਵੈਲਪਮੈਂਟ ਜਿਹੜੀ ਹੈ ਉਹ ਤਿਆਰ ਹੁੰਦੀ ਹੈ ਇੱਕ ਸਰਟਨ ਏਰੀਆਸ 'ਚ, ਉਹ ਤਿਆਰ ਹੋ ਕੇ ਸੈੱਲ ਹੁੰਦੀ ਹੈ, ਔਰ ਫਿਰ ਨਵੀਂ ਆਉਂਦੀ ਹੈ, ਔਰ ਉਹ ਫਿਰ ਤਿਆਰ ਹੁੰਦੀ ਹੈ, ਫਿਰ ਸੈੱਲ ਹੁੰਦੀ ਹੈ। ਠੀਕ ਹੈ ਜੀ। ਜਿਹੜਾ ਗੈਪ ਹੈ ਨਾ, ਜਿਹੜਾ ਫਿਲਅਪ ਹੁੰਦਾ ਹੈ, ਉਹ ਕਈ ਵਾਰੀ ਉਹਦੇ ਸ਼ਾਰਟਫਾਲ ਰਹਿ ਜਾਂਦਾ ਹੈ। 6 ਮਹੀਨੇ ਦਾ ਗੈਪ ਹੈ, 7 ਮਹੀਨੇ ਦਾ ਗੈਪ ਹੈ, ਉਹਦੇ 'ਚ ਜਦੋਂ ਇੱਕ ਲੋਟ ਬਣ ਕੇ ਵਿਕੀ ਔਰ ਦੂਸਰੀ ਲੋਟ ਹਾਲੇ 6-7 ਮਹੀਨੇ ਬਾਅਦ ਬਣਨੀ ਹੈਗੀ ਹੈ, ਵਿਚਲਾ ਗੈਪ ਜਿਹੜਾ ਉਹਦੇ 'ਚ ਪੈਨਿਕ ਆਉਂਦਾ ਹੈਗਾ, ਕਿਉਂਕਿ ਜਿਹੜੇ ਨੰਬਰ ਆਫ ਇਨਵੈਂਟਰੀ ਹੈ ਉਹ ਨਹੀਂ ਆਉਂਦੀ ਹੈਗੀ। ਠੀਕ ਹੈ ਜੀ। ਉਸ ਟਾਈਮ 'ਤੇ ਕੀ ਹੁੰਦਾ, ਜਾਂ ਪੁਰਾਣੇ ਘਰ ਸੇਲ 'ਤੇ ਆਉਣਗੇ, ਜਾਂ ਜਿਹੜੇ ਅੱਜ ਤੋਂ 10-12-15 ਸਾਲ ਪਹਿਲੇ ਆਏ ਨੇ ਉਹ ਸੇਲ 'ਤੇ ਆਉਣਗੇ। ਠੀਕ ਹੈ ਜੀ। ਔਰ ਉਹਨਾਂ ਦਾ ਵੀ ਇਹ ਹੈ ਕਿ ਜਿਹੜਾ ਨੇ ਵੇਚਣੇ ਆ ਉਹਨਾਂ ਨੇ ਫਿਰ ਬਾਏ ਕਰਨੇ ਅੱਗੋਂ। ਠੀਕ ਹੈ ਜੀ। ਜਦੋਂ ਪ੍ਰਾਈਸ ਬਹੁਤ ਹਾਈਕ ਹੁੰਦੇ, ਜਦੋਂ ਘਰ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਆ, ਲਿਸਟਿੰਗ ਵੀ ਜ਼ਿਆਦਾ ਪ੍ਰਾਈਸ ਹੁੰਦੀ ਆ ਤੇ ਵਿਕਦੇ ਵੀ ਜ਼ਿਆਦਾ ਤੇ ਆ। ਆਮ ਲੋਕ ਕਹਿੰਦੇ ਸੁਣੇ ਜੀ ਵੀ ਆਪਾਂ ਲੋਕ ਗੱਲ ਕਰਦੇ ਡਿਮਾਂਡ ਸਪਲਾਈ ਦੀ, ਉਹ ਕਹਿੰਦੇ ਨਹੀਂ ਜੀ ਮੌਰਗੇਜ ਦੇ ਰੇਟ ਬੜੇ ਸਸਤੇ ਹੋ ਗਏ ਨੇ, ਇਸ ਕਰਕੇ ਘਰ ਮਹਿੰਗੇ ਹੋ ਗਏ। ਇਹ ਫੈਕਟਰ ਵੀ ਹੈਗਾ। ਮੌਰਗੇਜ ਦੇਖੋ, ਜੇ ਤੇ ਤੁਸੀਂ ਟੈਕਨੀਕਲ ਟਰਮਸ ਦੇਖੋ, ਅਗਰ ਤੁਹਾਨੂੰ ਮੌਰਗੇਜ ਇੱਕ ਮਿਲਦੀ ਸੀ 2.15 ਤੇ, ਹੁਣ ਤੁਹਾਨੂੰ ਮਿਲੀ 1.75 ਤੇ, ਮੇਰੇ ਨਾਲੋਂ ਬੈਟਰ ਤੁਸੀਂ ਕੈਲਕੂਲੇਸ਼ਨ ਕਰ ਸਕਦੇ ਹੋ ਕਿੰਨਾ ਕੁ ਉਹਦਾ ਪ੍ਰੈਕਟੀਕਲੀ ਫਰਕ ਪੈਂਦਾ ਹੈਗਾ, ਕੁਝ ਡਾਲਰਸ ਦਾ ਫਰਕ ਪੈਂਦਾ ਹੈਗਾ। ਅਸੀਂ ਤਾਂ ਇਸ ਗੱਲ ਤੇ ਵੀ ਹੈਗੇ ਜੀ ਕਿ ਜਦੋਂ ਇਹ ਹਾਲਾਤ ਪਿਛਲੇ ਸਾਲ ਤੋਂ ਕਰੋਨਾ ਵਾਲੇ ਹੋਏ ਆ, ਮਾਰਚ ਤੋਂ ਲੈ ਕੇ ਮਾਰਚ ਹੋ ਗਿਆ, 12 ਮਹੀਨੇ ਹੋ ਗਏ, ਇਹਨਾਂ 12 ਮਹੀਨਿਆਂ ਦੇ ਵਿੱਚ ਲੋਕਾਂ ਦੀਆਂ ਜੌਬਾਂ ਜਿਹਨਾਂ ਦੀ ਚਲੇ ਗਈਆਂ ਉਹ ਦੁਬਾਰਾ ਉਹ ਜੌਬ ਤੇ ਜਾ ਹੀ ਨਹੀਂ ਸਕੇ। ਅਜੇ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਆਪਣੀ ਜੌਬ ਤੇ ਦੁਬਾਰਾ ਬੁਲਾਏ ਨਹੀਂ ਗਏ। ਬਹੁਤ ਸਾਰੇ ਬਿਜ਼ਨੈਸਿਸ ਬੰਦ ਹੀ ਹੋ ਗਏ, ਛੋਟੇ ਤੇ ਬਿਲਕੁਲ ਹੀ ਸਫਾਇਆ ਹੋ ਗਿਆ, ਤੇ ਲੋਕਾਂ ਦੀ ਤਾਂ ਇਨਕਮ ਹੀ ਹੈ ਨਹੀਂ। ਠੀਕ ਹੈ ਜੀ। ਫਿਰ ਰੇਟ ਵਧਣ ਦਾ ਕੀ, ਪ੍ਰਾਈਸ ਵਧਣ ਦਾ ਕੀ ਕਾਰਨ? ਨਹੀਂ, ਫਿਰ ਮੈਂ ਤੁਹਾਨੂੰ ਦੱਸਦਾ ਕਿ ਇੱਕ ਨਾ ਟ੍ਰੈਂਡ ਚੱਲ ਰਿਹਾ ਹੈ। ਮੈਂ ਨੋਰਮਲੀ ਗੱਲ ਕਰਦਾ ਹੁੰਦਾ ਕਿ ਆਹ ਸਾਡੀ ਜਿਹੜੀ ਜਨਰੇਸ਼ਨ ਹੈ ਨਾ, ਆਹ ਜਨਰੇਸ਼ਨ ਜਿਹੜੀ ਹੈ ਉਹ ਸਾਡਾ ਨੋਰਮਲੀ ਬੈਕਗਰਾਊਂਡ ਪੰਜਾਬ ਦੀ ਹੈ, ਤੁਹਾਡਾ ਵੀ ਘਰ ਹੈਗਾ, ਮੇਰਾ ਵੀ ਘਰ ਹੈ, ਸਾਡੀ ਵੀ ਜ਼ਮੀਨ ਹੈਗੀ, ਤੁਹਾਡੀ ਵੀ ਹੈਗੀ ਹੈ। ਅਤੇ ਜਿਸ ਤਰ੍ਹਾਂ ਬੈਕ ਇਨ ਇੰਡੀਆ ਸਿਚੁਏਸ਼ਨ ਚੱਲ ਰਹੀ ਹੈਗੀ ਹੈ, ਅਨਸਰਟਨਟੀ ਹੈ, ਅਨਿਸ਼ਚਿਤਤਾ ਹੈ, ਥੋੜ੍ਹਾ ਜਿਹਾ ਪੈਨਿਕ ਹੈ ਉੱਥੇ, ਵੀ ਪਤਾ ਨਹੀਂ ਕੀ ਹੋਣਾ ਅੱਗੋਂ, ਹੈ ਨਾ। ਹਰ ਬੰਦਾ ਚਾਹੁੰਦਾ ਹੈ ਕਿ ਇੱਕ ਹੋਰ ਆਇਆ ਵੀ ਸੀ, ਤੁਹਾਨੂੰ ਪਤਾ ਹੋਏਗਾ, ਰੈਗੂਲੇਸ਼ਨ ਆਇਆ ਸੀ ਕਿ ਜਿਹੜਾ ਬੰਦਾ 5 ਸਾਲ ਤੋਂ ਸਿਟੀਜ਼ਨ ਨਹੀਂ ਹੈ, ਸਿਟੀਜ਼ਨਸ਼ਿਪ ਉਹਨੇ ਗਿਵ ਅਪ ਕਰ ਦਿੱਤੀ ਹੈ ਇੰਡੀਆ ਦੀ, ਜਦੋਂ ਵੀ ਉਹ ਆਪਣਾ ਪ੍ਰਾਪਰਟੀ ਵੇਚੇਗਾ ਉਹਨੂੰ RBI ਤੋਂ ਪਰਮਿਸ਼ਨ ਲੈਣੀ ਪਏਗੀ। ਇੱਕ ਆਇਆ ਸੀ ਪਿੱਛੇ ਦੀ। ਠੀਕ ਹੈ ਜੀ। ਹੁਣ ਦੇਖੋ ਕਿੰਨੀ ਸ਼ੌਕਿੰਗ ਨਿਊਜ਼ ਹੈ। RBI ਅਗਰ ਕਹਿੰਦੇ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ, ਤੁਸੀਂ ਨਹੀਂ ਵੇਚ ਸਕਦੇ, ਤੁਸੀਂ ਕੀ ਕਰ ਲਓਗੇ? ਠੀਕ ਹੈ ਜੀ। ਉਸ ਪੈਨਿਕ ਸਿਚੁਏਸ਼ਨ ਤੋਂ ਬਚਣ ਵਾਸਤੇ ਸਾਡੀ ਜਿਹੜੀ ਕੰਟੈਂਪਰਰੀ ਹੈ, ਸਾਡੇ ਸਮਕਾਲੀਨ ਹੈ, ਉਹ ਆਪਣੀ ਵੇਚ ਰਹੇ। ਸਾਡੇ ਬੱਚਿਆਂ ਨੂੰ ਤੇ ਉੱਥੇ ਕਿਸੇ ਨੇ ਸਮਝ ਨਹੀਂ ਆਉਣੀ, ਵੜਨ ਨਹੀਂ ਦੇਣਾ। ਠੀਕ ਹੈ ਜੀ। ਸ਼ਰੀਕ ਹੈਗੇ ਨੇ, ਸ਼ਰੀਕਾਂ ਤੋਂ ਚਲੋ ਜੇ ਹੋ ਵੀ ਗਿਆ, ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਬੰਨਾ ਸਟਾਰਟ ਕਿੱਥੋਂ ਹੁੰਦਾ ਤੇ ਖਤਮ ਕਿੱਥੇ ਹੁੰਦਾ। ਸੋ ਜਿਸ ਮਰਜ਼ੀ ਪ੍ਰਾਈਸ 'ਤੇ ਵੇਚ ਕੇ ਪੈਸਾ ਇੱਧਰ ਲਿਆਓ ਤੇ ਉਹ ਪੈਸੇ ਨੂੰ ਇਨਵੈਸਟ ਕਰੋ। ਹੁਣ ਮੇਰਾ ਇਹ ਜਿਹੜਾ ਸਟੇਟਮੈਂਟ ਹੈ ਉਸ ਚੀਜ਼ ਦਾ ਆਨਸਰ ਹੈ ਕਿ ਲੋਕਾਂ ਕੋਲ ਜ਼ਮੀਨਾਂ, ਲੋਕਾਂ ਕੋਲ ਜੋਬਾਂ ਨਹੀਂ ਹੈਗੀਆਂ, ਪਰ ਪੈਸੇ ਹੈਗੇ ਨੇ। ਪੈਸੇ ਕਿੱਥੋਂ ਆਏ? ਲੋਕੀ ਪੈਸੇ ਪਿੱਛੋਂ ਮੰਗਾ ਰਹੇ ਹੈਗੇ। ਠੀਕ ਹੈ ਜੀ। ਔਰ ਜਿਹੜੇ ਨਵੇਂ ਇਮੀਗ੍ਰੈਂਟ ਆ ਰਹੇ ਨੇ ਉਹ ਮੋਸਟਲੀ ਬਹੁਤ ਜ਼ਿਆਦਾ ਪੈਸੇ ਲੈ ਕੇ ਇੱਥੇ ਆ ਰਹੇ ਨੇ। ਠੀਕ ਹੈ ਜੀ। ਔਰ ਜ਼ਮਾਨਾ ਸੀ ਜੀ $20 'ਚ ਇੱਥੇ ਕੈਨੇਡਾ ਪਹੁੰਚ ਜਾਂਦਾ ਸੀ ਬੰਦਾ। ਫਿਰ ਗੌਰਮੈਂਟ ਨੇ ਰੱਖਤੀ ਗੱਲ ਵੀ ਜਿਹਨੇ MP ਪ੍ਰੋਗਰਾਮ 'ਚ ਆਉਣਾ ਉਹ ਘੱਟੋ ਘੱਟ ਇੱਕ ਬੰਦਾ ਫੈਮਿਲੀ ਹੈਡ ਜਿਹੜਾ ਉਹ $11,000 ਲੈ ਕੇ ਆਵੇ, ਤੇ ਨਾਲ ਜਿਹੜੇ ਫੈਮਿਲੀ ਦੇ ਜੀ ਹੋਰ ਆ ਰਹੇ ਤੇ ਉਹਦੇ ਹਿਸਾਬ ਨਾਲ ਪ੍ਰਪੋਰਸ਼ਨੇਟਲੀ ਉਹ ਫਿਗਰ ਵੱਧ ਜਾਂਦੀ ਸੀ। ਹੁਣ ਤਾਂ ਮੈਨੂੰ ਲੱਗਦਾ ਕਿ 11,000 ਬੜੀ ਗੱਲ ਨਹੀਂ, ਤਾਂ ਲੱਖਾਂ ਵਿੱਚ ਹੀ ਆਉਂਦੇ, ਲੱਖਾਂ 'ਚ ਆਉਂਦੇ ਜੀ। ਕਿਵੇਂ ਕਿ ਕਈ ਲੋਕ ਮਿਲੀਅਨ ਵੀ ਲੈ ਕੇ ਆਉਂਦੇ ਆ, ਐਸੇ ਹੈਗੇ ਨੇ। ਮੈਂ ਨਾ ਇੱਕ ਤੁਹਾਨੂੰ ਜੈਪਨੀਜ਼ ਐਗਜ਼ਾਮਪਲ ਦਿੰਦਾ। ਉੱਥੇ ਜਿਸ ਚੀਜ਼ ਦੀ ਸਕੇਅਰਸਿਟੀ ਹੋਣੀ ਸ਼ੁਰੂ ਹੁੰਦੀ ਹੈ ਨਾ, ਘਾਟ ਹੁੰਦੀ ਹੈ ਜਾਂ ਕਮੀ ਮਾਰਕੀਟ 'ਚ ਆਉਣੀ ਸ਼ੁਰੂ ਹੋ ਜਾਂਦੀ ਜਿਸ ਚੀਜ਼ ਦੀ, ਲੋਕ ਉਹ ਚੀਜ਼ ਨੂੰ ਵਰਤਣਾ ਘੱਟ ਕਰ ਦਿੰਦੇ ਆ। ਅੱਛਾ ਜੀ। ਠੀਕ ਹੈ ਜੀ। ਜੈਪਨੀਜ਼ ਕਲਚਰ ਹੈ। ਸਪੋਜ਼ ਆਲੂ ਮਹਿੰਗੇ ਹੋ ਗਏ, ਠੀਕ ਹੈ ਜੀ, ਉਹਨਾਂ ਨੇ ਕੀ ਕਰਨਾ, ਅੱਛਾ ਆਲੂ ਮਹਿੰਗੇ ਹੋ ਗਏ, ਪਿਆਜ਼ ਮਹਿੰਗੇ, ਥੋੜ੍ਹੇ ਦਿਨ ਪਿਆਜ਼ ਦੀ ਜਿਹੜੀ ਕੰਜ਼ੰਪਸ਼ਨ ਹੈ ਘੱਟ ਕਰ ਦਿਓ। ਠੀਕ ਹੈ ਜੀ। ਲੇਕਿਨ ਸਾਡੇ ਕੀ ਹੈ
ਕਿ ਤੁਹਾਨੂੰ ਯਾਦ ਹੋਏਗਾ, ਅੱਜ ਹੀ ਮੈਨੂੰ ਮਿਲਿਆ ਇੱਕ ਮੇਰਾ ਗੱਲ ਹੋ ਰਹੀ ਸੀ ਕਿਸੇ ਦਾਨਿਸ਼ਵਰ ਦੇ ਨਾਲ, ਕਹਿੰਦਾ ਮੈਨੂੰ ਲਾਸਟ ਈਅਰ ਦਾ ਚੇਤਾ ਹੈ, ਮੈਂ ਇੱਕ ਜਦੋਂ ਕਰੋਨਾ ਦਾ ਰੌਲਾ ਪਿਆ ਸੀ, ਸ਼ੁਰੂ ਹੋਈ ਸੀ, ਇੱਕ ਬੰਦੇ ਨੂੰ ਮੈਂ ਕਮ ਸੇ ਕਮ 30 ਕੈਨੀਆਂ ਦੁੱਧ ਦੀਆਂ ਆਪਣੀ ਗੱਡੀ ਦੇ ਵਿੱਚ ਰੱਖਦਿਆਂ ਖੁਦ ਵੇਖਿਆ। ਸਾਡੀ ਮੈਂਟੈਲਿਟੀ ਇਹ ਹੈ। ਹੁਣ ਸੇਮ ਚੀਜ਼ ਨੂੰ ਤੁਸੀਂ ਜੋੜ ਕੇ ਦੇਖੋ, ਖਰਾਬ ਨਹੀਂ ਹੋਣਾ, ਐਕਸਪਾਇਰੀ ਡੇਟ ਵੀ ਪਤਾ ਨਹੀਂ ਹੋਇਆ ਕਿ ਨਹੀਂ, ਜੋ ਮਰਜ਼ੀ ਹੈ ਨਾ ਜੀ। ਪਰ ਮੈਂ ਉਸ ਚੀਜ਼ ਨੂੰ ਜੋੜ ਕੇ ਦੇਖਦਾ ਆਪਣੇ ਰੀਅਲ estate ਦੇ ਨਾਲ। ਘਰ ਨੇਚਰਲੀ ਮਹਿੰਗੇ ਹੋ ਰਹੇ ਨੇ, ਬਹੁਤ ਮਹਿੰਗੇ ਹੋ ਰਹੇ ਨੇ। ਈਵਨ ਜਿੰਨੀ ਉਹਦੀ ਐਕਚੁਅਲ ਉਹਦੀ ਮਾਰਕੀਟ ਵੈਲਿਊ ਹੈ ਉਸ ਤੋਂ ਬਹੁਤ ਵੱਧ ਕੇ ਵਿਕ ਰਹੇ ਹੈ। ਤੇ ਇਸ ਤੋਂ ਪੈਨਿਕ ਨਾ ਹੋਵੋ। ਇੱਕ ਜਿਹੜੀ ਹੁਣ ਗੱਲ ਹੈ ਜੀ, ਇਸ ਤੋਂ ਪੈਨਿਕ ਨਾ ਹੋਵੋ। ਮੰਨ ਲਓ 3 ਲੱਖ 4 ਲੱਖ 4 ਲੱਖ ਵਾਲਾ ਘਰ ਜਿਹੜਾ ਉਹ ਜਦੋਂ ਲਿਸਟ ਹੋਇਆ ਤੇ ਉਹ ਸੈਲਿੰਗ ਪਰਸਨ ਦੇ ਰੀਅਲ ਸਟੇਟ ਏਜੰਟ ਨੇ ਉਹਨੂੰ ਦੱਸਿਆ ਹੋਊਗਾ ਕਿ ਭਾਈ ਤੇਰੇ ਘਰ ਦੀ ਕੀਮਤ 4 ਲੱਖ ਅਰਾਊਂਡ 4 ਲੱਖ ਹੈ, ਤੂੰ ਇੰਨੇ ਕੁ ਦਾ ਲਿਸਟ ਕਰ ਦੇ, ਤੁਹਾਨੂੰ ਲੈਸ ਪਲੱਸ ਮਿਲ ਜਾਏਗਾ। ਉਹ ਮੰਨ ਲਓ ਵਿਕਿਆ 470 75 ਦਾ। ਹਾਂਜੀ, ਉਹ ਵੈਲਿਊ ਤਾਂ ਉਨੀ ਹੈ ਨਹੀਂ ਸੀ, ਰੇਟ ਵੱਧ ਮਿਲਿਆ ਕਿਉਂਕਿ ਉਹ ਉੱਥੇ ਬਿਡਿੰਗ ਹੋ ਗਈ, ਨੰਬਰ ਆਫ ਪੀਪਲ ਜਿਹੜੇ ਸੀ ਉਹ ਜ਼ਿਆਦਾ, ਉਹਦੇ ਆਫਰਾਂ ਜ਼ਿਆਦਾ ਆ ਗਈਆਂ। ਠੀਕ ਹੈ ਜੀ, ਉਸ ਘਰ ਨੂੰ ਲਾਈਕ ਲੋਕਾਂ ਜ਼ਿਆਦਾ ਨੇ ਕੀਤਾ, ਉਹ ਜ਼ਿਆਦਾ ਪਸੰਦ ਕਰਨ ਵਾਲੇ ਸੀਗੇ ਕਿ ਅਸੀਂ ਇਹ ਘਰ ਲੈਣਾ ਹੀ ਲੈਣਾ। ਪਰ ਕੁਛ ਚਿਰ ਬਾਅਦ ਫਾਰ ਐਗਜ਼ਾਮਪਲ ਉਹ ਘਰ ਵੇਚਣ ਦੀ ਨੌਬਤ ਆ ਜਾਂਦੀ, ਉਹਨਾਂ ਦਾ ਵਿਕਦਾ ਨਹੀਂ, ਫਿਰ ਕੀ ਬਣੇਗਾ? ਮੈਂ ਨਾਰਮਲੀ ਇਹ ਜਿਹੜਾ ਤੁਸੀਂ ਕੁਐਸਚਨ ਕੀਤਾ, ਮੈਨੂੰ ਬਹੁਤ ਲੋਕ ਕਰਦੇ ਆ, ਤੇ ਮੇਰਾ ਜਵਾਬ ਐਜ਼ ਏ ਹਿਊਮਨ ਬੀਇੰਗ ਹੁੰਦਾ, ਐਜ਼ ਏ ਐਨਾਲਿਸਟ ਹੁੰਦਾ, ਨਾ ਕਿ ਐਜ਼ ਏ ਰੀਅਲਟਰ ਹੁੰਦਾ। ਤੁਹਾਨੂੰ ਪਤਾ 2008 'ਚ ਇੱਕ ਸਿਚੁਏਸ਼ਨ ਆਈ ਸੀ। ਹਾਂਜੀ ਬਿਲਕੁਲ ਸੇਮ ਇਦਾਂ 1 ਕਰੋੜ ਦਾ ਕਿੱਲਾ ਹੋ ਗਿਆ ਜੀ, ਰਾਤੋਂ ਰਾਤ 1.25 ਕਰੋੜ ਮਿਲ ਗਿਆ ਜੀ, ਬਿਲਕੁਲ 1.5 ਕਰੋੜ ਮਿਲ ਗਿਆ। ਤੇ ਜਿਹੜਾ ਇੱਕ 1.5 ਕਰੋੜ ਦਾ ਬਾਇਰ ਸੀ ਉਹਨੇ ਅੱਗੋਂ ਇਮੀਡੀਏਟਲੀ ਵੇਚਿਆ ਨਹੀਂ ਆਪਣਾ 1.5 ਕਰੋੜ ਦਾ, ਕਿ ਚਲ 2 ਕਰੋੜ ਦਾ ਹੋ ਜਾਏ ਫਿਰ ਮੈਂ ਵੇਚਾਂਗਾ। ਲੇਕਿਨ ਇਮੀਡੀਏਟਲੀ ਜਿਹੜੇ ਨੇ ਉਹ ਪ੍ਰਾਈਸਿਸ ਜਿਹੜੇ ਡਾਊਨ ਹੋ ਗਏ, ਥੱਲੇ ਚਲੇ ਗਏ, ਹੈ ਨਾ ਜੀ। ਤੇ ਸਭ ਤੋਂ ਵੱਧ ਸਫਰ ਕਿਹੜਾ ਸੀ, ਸਭ ਤੋਂ ਵੱਧ ਜਿਹੜੀ ਮਾਰ ਪਈ ਸੀ ਜਿਹੜਾ ਲਾਸਟ ਬਾਇਰ ਸੀ। ਠੀਕ ਹੈ ਜੀ। ਔਰ ਸਭ ਤੋਂ ਵੱਧ ਗੇਨ ਕਿਹਨੇ ਕੀਤਾ? ਲਾਸਟ ਸੈਲਰ ਨੇ, ਜਿਹੜਾ ਲਾਸਟ ਸੈਲਰ ਸੀ ਜਿਹਨੇ। ਠੀਕ ਹੈ ਜੀ, ਕਿਉਂਕਿ ਜਿਹੜਾ ਕਿੱਲਾ ਉਹਨੇ 1.5 ਲੱਖ ਦਾ ਵੇਚਿਆ ਉਹ ਹੁਣ 75 ਲੱਖ ਦਾ ਹੋ ਗਿਆ। ਠੀਕ ਹੈ ਜੀ, 1.5 ਲੱਖ ਜਿਹੜਾ ਵੇਚ ਕੇ 75 ਲੱਖ ਦਾ ਉਹ ਫਿਰ ਬਾਈ ਕਰ ਰਿਹਾ, 75 ਦਾ ਅਸਲ ਉਹਦੇ ਜੇਬ ਚ। ਠੀਕ ਹੈ, ਵਿਨੀਪੈਗ ਦੀ ਹਾਊਸਿੰਗ ਮਾਰਕੀਟ ਹੈ ਜੀ, ਇਹਦੇ 'ਚ ਵੀ ਇਦਾਂ ਹੋ ਹੀ ਚੁੱਕਾ। ਨਹੀਂ ਹੋ ਚੁੱਕਾ, ਹੋਏਗਾ। 2011-12 ਵਿੱਚ ਵੀ ਸਿਚੁਏਸ਼ਨ ਆਈ, ਲੋਕਾਂ ਨੇ ਮਹਿੰਗੇ ਘਰ ਲੈ ਲਏ। ਉਦੋਂ ਬਾਅਦ ਜਦੋਂ ਉਹਨਾਂ ਨੇ ਘਰ ਦੀ ਪ੍ਰਾਈਸ ਕਿਸੇ ਕੋਲ ਸੈਸ ਕਰਵਾਈ 2 ਸਾਲ ਬਾਅਦ, ਜਾਂ 2 ਸਾਲ ਬਾਅਦ ਸੋਚਿਆ ਵੀ ਨਹੀਂ ਵੇਚ ਦੇਣਾ, ਜਾਂ ਮਜਬੂਰੀ ਬਣ ਗਈ ਵੇਚਣ ਦੀ, ਉਹਨੇ ਪੈਸੇ ਮਿਲੇ ਨਹੀਂ ਪੈਸੇ। ਫਿਰ ਇਹ ਜਿਹੜਾ ਪੈਨਿਕ ਹੋ ਜਾਣਾ ਕਿ ਇਹ ਪ੍ਰਾਈਸ ਡੇ ਬਾਈ ਡੇ ਵੱਧਦੇ ਜਾਂਦੇ ਆ, ਜੇ ਅੱਜ ਘਰ ਅਸੀਂ ਬਾਏ ਨਾ ਕੀਤਾ ਤੇ ਹੋ ਸਕਦਾ ਸਾਨੂੰ ਕਦੀ ਅਸੀਂ ਲੈ ਹੀ ਨਾ ਸਕੀ, ਇਦਾਂ ਦੀ ਡੂ ਐਂਡ ਡਾਈ ਵਾਲੀ ਪ੍ਰੋਬਲਮ ਵੀ। ਮੈਂ ਤੁਹਾਨੂੰ MP ਸਿੰਘ ਜੀ ਇੱਕ ਦੱਸਦਾ ਕਿ ਵਿਨੀਪੈਗ ਨੂੰ ਪਰਮਾਤਮਾ ਦੀ ਇੱਕ ਦੇਣ ਹੈ, ਮੈਨੀਟੋਬਾ ਨੂੰ ਇੱਕ ਦੇਣ ਹੈ ਪਰਮਾਤਮਾ ਦੀ, ਇੱਕ ਕਹਿੰਦੇ ਕਿ ਬਲੈਸਿੰਗ ਹੈ ਕਿ ਇੱਥੇ ਜ਼ਮੀਨ ਬਹੁਤ ਜ਼ਿਆਦਾ ਹੈਗੀ ਹੈ। ਜਦੋਂ ਵੀ ਇੱਕ ਜਗ੍ਹਾ 'ਤੇ ਕੰਸੈਂਟਰੇਸ਼ਨ ਹੋਣ ਲੱਗਦੀ ਹੈ ਨਾ ਜ਼ਿਆਦਾ, ਜਿਹੜੇ ਡਿਵੈਲਪਰ ਹੈਗੇ ਆ ਜਾਂ ਜਿਹੜਾ ਬੰਦਾ ਉਹ ਉੱਠ ਕੇ ਥੋੜ੍ਹਾ ਬਾਹਰ ਹੋ ਕੇ ਲੈ ਲੈਂਦਾ, ਕਿਉਂਕਿ ਫਲੈਟ ਹੈ, ਪ੍ਰੇਰੀ ਏਰੀਆ ਹੈ। ਇੱਥੇ ਉਹ ਸਿਚੁਏਸ਼ਨ ਨਹੀਂ ਆਏਗੀ ਕਿ ਪਤਾ ਨਹੀਂ ਘਰ ਜਿਹੜਾ ਅੱਜ 5 ਲੱਖ ਦਾ ਤੇ ਕੱਲ੍ਹ ਨੂੰ 7 ਲੱਖ ਦਾ ਹੋ ਜਾਏਗਾ, 10 ਲੱਖ। ਇਹ ਇਮੈਜਿਨਰੀ ਕ੍ਰੀਏਟ ਕੀਤਾ ਹੋਇਆ। ਠੀਕ ਹੈ ਜੀ। ਔਰ ਮੈਂ ਜਿੰਨੇ ਵੀ ਸੁਣਨ ਵਾਲੇ ਨੇ, ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਥੋੜ੍ਹਾ ਵੇਟ ਕਰ ਲਓ। ਇਹ ਸਿਚੁਏਸ਼ਨ ਜਿਹੜੀ ਹੈ ਇਹ ਬਬਲ ਬਰਸਟ ਹੋਣਾ ਹੀ ਹੋਣਾ ਹੈ। ਠੀਕ ਹੈ ਜੀ। ਬਬਲ ਬਰਸਟ ਕੀ ਹੁੰਦਾ? ਇੱਕ ਜਿਹੜਾ ਪਕਾਨਾ ਜਿਹੜਾ ਗੁਬਾਰਾ ਤੁਸੀਂ ਫਲਾਈ ਜਾਓ, ਉਹ ਫਟ ਕੇ ਉਹਨੇ ਸੁੰਗੜ ਕੇ ਸਾਰਾ ਉਹ ਆਉਣਾ ਹੈਗਾ। ਸੋ ਜਿਸ ਦਿਨ ਕੋਈ ਐਸਾ ਕ੍ਰੈਸ਼ ਆਉਂਦਾ ਹੈਗਾ, ਵੈਨਕੂਵਰ 'ਚ ਆਉਂਦਾ ਹੈਗਾ, ਡਿਊ ਟੂ ਗੌਰਮੈਂਟ ਕੋਈ ਮੈਸ਼ਰਸ ਲੈਂਦੀ ਹੈਗੀ ਹੈ, ਪ੍ਰਾਈਸਿਸ ਉੱਥੇ ਡਾਊਨ ਹੁੰਦੇ ਆ, ਟੋਰਾਂਟੋ ਡਾਊਨ ਹੁੰਦੇ ਹੈਗੇ ਆ, ਤੇ ਉਹਦਾ ਨੈਚੁਰਲੀ ਜਿਹੜਾ ਇੱਕ ਮਲਟੀਪਲਾਇਰ ਇਫੈਕਟ ਜਿਹੜਾ ਵਿਨੀਪੈਗ 'ਤੇ ਪੈਣਾ ਹੈ। ਤੇ ਉਸ ਚੀਜ਼ ਨੂੰ ਉਸ ਟਾਈਮ 'ਤੇ ਜਿਹੜਾ ਲਾਸਟ ਬਾਇਰ ਹੈਗਾ ਉਹ ਪ੍ਰੋਬਲਮ ਪਏਗਾ। ਜਿਹਨੇ ਨਾਰਮਲ ਸਿਚੁਏਸ਼ਨ 'ਚ ਇੱਕ 4.5 ਲੱਖ ਦਾ ਘਰ 5.5 ਲੱਖ ਦਾ ਲੈ ਲਿਆ, ਉਹ ਪ੍ਰੋਬਲਮ ਪਏਗਾ। ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜੋਬਾਂ ਦੀ ਵੀ ਪ੍ਰੋਬਲਮ ਆ ਸਕਦੀ ਹੈ, ਜੋਬਾਂ ਦੀ ਇੰਟਰਸਟ ਰੇਟ ਵੀ ਵੱਧ ਸਕਦੇ ਆ, ਹੋਰ ਖਰਚੇ ਵੀ ਵੱਧ ਸਕਦੇ ਆ। ਫਿਰ ਪ੍ਰਾਈਸ ਜਿਹੜਾ ਘਰ ਦਾ ਤੁਸੀਂ ਅੱਜ ਮਹਿੰਗਾ ਲੈ ਲਿਆ, ਉਹ ਦਿਨੋਂ 2 ਸਾਲ ਬਾਅਦ 4 ਸਾਲ ਬਾਅਦ ਅਸੈਸ ਕਰਵਾਇਆ, ਉਹ ਤੁਹਾਡੀ ਬਾਇੰਗ ਰੇਟ ਤੋਂ ਵੀ, ਬਾਇੰਗ ਪ੍ਰਾਈਸ ਤੋਂ ਵੀ ਘੱਟ ਹੋਊਗਾ। ਕੀ ਸਿਚੁਏਸ਼ਨ ਇੱਦਾਂ ਦੀ ਜਿਹੜੀ ਆ ਉਹ ਬਰਦਾਸ਼ਤ ਕੀਤੀ ਜਾ ਸਕੂਗੀ? ਬਰਦਾਸ਼ਤ ਦੇਖੋ, ਇਸੇ MP ਸਿੰਘ ਦੀ ਇਹ ਸਿਚੁਏਸ਼ਨ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਫਾਈਨੈਂਸ਼ੀਅਲੀ ਥੱਲੇ ਲੱਗ ਜਾਂਦੇ ਹੋ ਤੇ ਤੁਹਾਨੂੰ ਸਾਰੀ ਉਮਰ ਕਦੀ ਨਹੀਂ ਉੱਠਿਆ ਜਾਂਦਾ, ਤੁਹਾਡੇ ਉੱਠਣਾ ਔਖਾ ਹੁੰਦਾ ਹੈ। ਲੇਕਿਨ
ਜੇ ਤੁਸੀਂ ਥੱਲੇ ਲੱਗ ਗਏ ਤੇ ਉਸ ਟਾਈਮ ਤੇ ਬੈਂਕਾਂ ਤੁਹਾਡੇ ਤੇ ਤਰਸ ਨਹੀਂ ਕਰਦੀਆਂ, ਇੰਸ਼ੋਰੈਂਸ ਕੰਪਨੀਆਂ ਤਰਸ ਨਹੀਂ ਕਰਦੀਆਂ, ਸਿਟੀ ਨੇ ਤੁਹਾਡੇ ਕੋਲੋਂ ਪ੍ਰੋਪਰਟੀ ਟੈਕਸ ਲੈਣਾ ਹੀ ਲੈਣਾ ਹੈ। ਬਿਲਕੁਲ। ਔਰ ਬਾਕੀ ਜਿਹੜੇ ਬਿੱਲ ਬੱਤੀਆਂ ਦੇ ਖਰਚੇ ਹੈਗੇ ਉਹ ਵੀ ਤੁਹਾਨੂੰ, ਤੁਸੀਂ ਕੋਵਿਡ ਦੀ ਐਗਜ਼ਾਮਪਲ ਲੈ ਲਓ, 4 ਜਾਂ 5 ਮਹੀਨੇ ਵਾਸਤੇ ਉਹਨਾਂ ਨੇ ਪੋਸਟਪੋਨ ਕੀਤਾ ਲੇਕਿਨ ਛੱਡਿਆ ਕੁਛ ਨਹੀਂ, ਨਾ ਛੱਡਣਾ ਥੋੜ੍ਹੀ, ਉਹਦੇ ਤੇ ਇੰਟਰਸਟ ਹੀ ਪਾਇਆ। ਸੋ ਇਹ ਸਿਚੁਏਸ਼ਨ ਤੁਸੀਂ ਲੈ ਕੇ ਚੱਲੋ ਕਿ ਅਗਰ ਸਿਚੁਏਸ਼ਨ ਐਸੀ ਆਉਂਦੀ ਹੈ ਕਿ ਤੁਸੀਂ ਘਰ ਦੀ ਕਿਸ਼ਤ ਨਹੀਂ ਪੇ ਕਰ ਸਕਦੇ, ਨਾ ਹੀ ਉਹਨੂੰ ਵੇਚ ਸਕਦੇ ਹੋ, ਤੁਹਾਡੇ ਗਲ 'ਚ ਮਰਿਆ ਸੱਪ ਪੈ ਗਿਆ, ਤੇ ਉਸ ਟਾਈਮ 'ਤੇ ਫਿਰ ਸਿਚੁਏਸ਼ਨ ਇਹ ਹੋਏਗੀ ਕਿ ਤੁਸੀਂ ਨਾ ਘਰ ਦੇ ਹੋਵੋਗੇ ਨਾ ਘਾਟ ਦੇ ਰਹੋਗੇ। ਤੇ ਮੇਰਾ ਇਹ ਰਿਕੁਐਸਟ ਹੈ ਜਿਹੜੇ ਬਾਇਰ ਹੈਗੇ ਨੇ ਕਿ ਥੋੜ੍ਹਾ ਜਿਹਾ ਵੇਟ ਕਰੋ। ਇੱਕ ਜੈਪਨੀਜ਼ ਜਿਹੜਾ ਕਲਚਰ ਹੈ ਨਾ, ਉਹਦੀ ਇੱਕ ਐਗਜ਼ਾਮਪਲ ਹੁਣੇ ਦਿੱਤੀ ਹੈ ਕਿ ਜੇ ਆਲੂ ਮਹਿੰਗੇ ਹੋ ਗਏ ਨੇ ਤਾਂ ਥੋੜ੍ਹੇ ਜਿਹੇ ਆਲੂ ਖਾਣੇ ਘੱਟ ਕਰ ਦਿਓ। ਜਿਹੜੇ ਮੈਸ ਲੈਵਲ 'ਤੇ ਅਗਰ ਲੋਕੀ ਉਹਦੀ ਕੰਜ਼ੰਪਸ਼ਨ ਘੱਟ ਕਰ ਦੇਣਗੇ ਨਾ, ਆਟੋਮੈਟਿਕਲੀ ਉਹਦੇ ਪ੍ਰਾਈਸ ਡਾਊਨ ਆ ਜਾਣਗੇ। ਠੀਕ ਹੈ ਜੀ, ਪੈਨਿਕ ਨਾ ਹੋਵੋ। ਇਹ ਸਿਚੁਏਸ਼ਨ ਜਿਹੜੀ ਫॉर द टाइम बिंग ਹੈ, ਤੁਸੀਂ ਇੱਕ ਇਮੇਜਿਨ ਦੇਖੋ, ਇਹ ਤੁਸੀਂ ਸ਼ੋਰ ਹੋ ਕਿ ਟੈਂਪਰੇਰੀ ਆ? ਦੇਖੋ ਜੀ, ਮੈਂ ਸ਼ੋਰਟੀ ਨਾਲ ਤੇ ਕੋਈ ਬੰਦਾ ਇਹ ਵੀ ਨਹੀਂ ਕਹਿ ਸਕਦਾ ਕਿਉਂਕਿ ਸਾਫ਼ ਪਤਾ ਨਹੀਂ ਅਗਲਾ ਆਉਣਾ ਕਿ ਨਹੀਂ ਆਉਣਾ, ਨੋਬਡੀ ਨੋਜ਼। ਪਰ ਜੋ ਮੇਰੀ ਅਜ਼ੰਪਸ਼ਨ ਹੈ, ਮੇਰੀ ਅਜ਼ੰਪਸ਼ਨ ਇਹ ਹੈ ਕਿ ਇਹ ਜਿਹੜਾ ਰਾਈਜ਼ ਹੈ ਨਾ, ਇਹ ਡੈਲੀਬਰੇਟਲੀ ਕ੍ਰੀਏਟ ਕੀਤਾ ਹੋਇਆ। ਹਾਂਜੀ, ਇਹ ਜਿਹੜਾ ਹਾਈਪ ਹੈ ਇਹ ਜਾਣ ਬੁੱਝ ਕੇ ਕ੍ਰੀਏਟ ਕੀਤਾ। ਮੈਨੂੰ ਨਹੀਂ ਪਤਾ ਜੇ ਸਰਕਾਰ ਇਨਵੋਲਵ ਹੈਗੀ ਹੈ, ਮੈਨੂੰ ਨਹੀਂ ਪਤਾ ਬਾਕੀ ਕੋਈ ਇਨਵੋਲਵ ਕੌਣ ਹੈ, ਕਿਉਂਕਿ ਸਾਡੀ ਜਿੱਥੇ ਸੋਚ ਖਤਮ ਹੁੰਦੀ ਹੈ ਇਹਨਾਂ ਲੋਕਾਂ ਦੀ ਸੋਚ ਉੱਥੋਂ ਸ਼ੁਰੂ ਹੁੰਦੀ ਹੈ। ਸੋ ਮੈਂ ਇੱਕ ਆਮ ਬੰਦੇ ਦੇ ਪੱਧਰ 'ਤੇ ਤੁਹਾਨੂੰ ਦੱਸਦਾ ਕਿ ਥੋੜ੍ਹਾ ਵੇਟ ਕਰ ਲਓ। ਹਾਂ, ਅਗਰ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਕਿ ਤੁਹਾਡੇ ਕੋਲ ਕਪੈਸਿਟੀ ਨਹੀਂ ਹੈ ਵੱਡੇ ਘਰ ਲੈਣ ਦੀ, ਛੋਟਾ ਘਰ ਲੈ ਲਓ, ਜਿੰਨੀ ਕਿ ਤੁਹਾਡੀ ਕਪੈਸਿਟੀ ਹੈ ਉਹਨਾਂ ਲੈ ਲਓ। ਤੁਸੀਂ ਅਖੀਰ ਤੇ ਇੱਕ ਨੁਕਤਾ ਜਿਹੜਾ ਉਹ ਵਿੱਚ ਫਸਾ ਦਿੱਤਾ ਤੇ ਮੇਰੇ ਲਈ ਬਣ ਗਿਆ ਕੁਐਸਚਨ। ਹਾਂਜੀ, ਗਵਰਨਮੈਂਟ ਇਹ 'ਤੇ ਕੰਟਰੋਲ ਕਰ ਸਕਦੀ? ਗਵਰਨਮੈਂਟ ਕਿਸ ਚੀਜ਼ 'ਤੇ ਕੰਟਰੋਲ ਨਹੀਂ ਕਰ ਸਕਦੀ? ਨਹੀਂ, ਪ੍ਰਾਈਸ ਰਾਈਜ਼ ਹੋ ਰਿਹਾ ਉਹ 'ਤੇ ਕੀ ਕਰੂਗੀ ਉਹ? ਦੇਖੋ ਮੇਰੀ ਗੱਲ ਸੁਣੋ, ਪ੍ਰਾਈਸ ਰਾਈਜ਼ ਜਦੋਂ ਮੰਨ ਲਓ ਮਾਰਕੀਟ ਵਿੱਚ ਕੋਈ ਚੀਜ਼, ਦੁੱਧ ਦੀ ਗੱਲ ਆਪਾਂ ਗੱਲ ਕਰੀਏ, ਬ੍ਰੈਡ ਦੀ ਗੱਲ ਕਰੀਏ, ਉਹ ਮੈਨੂਫੈਕਚਰਰ ਨੂੰ ਕਹਿਣਗੇ ਜ਼ਿਆਦਾ ਬਣਾ ਲਓ। ਕੋਈ ਚੀਜ਼ ਬਾਹਰਲੇ ਦੇਸ਼ 'ਚੋਂ ਮੰਗਵਾਉਣੀ ਪੈ ਗਈ, ਚਾਈਨਾ ਤੋਂ, ਇੰਡੀਆ ਤੋਂ, ਅਮਰੀਕਾ ਤੋਂ, ਉੱਥੋਂ ਆ ਜਾਓ, ਘਰਾਂ ਦਾ ਕੀ ਕਰਨਗੇ? ਦੇਖੋ ਐਨਾਲਿਸਟ ਜਿਹੜੇ ਹੁੰਦੇ ਨਾ, ਉਹ ਜੋ ਮੇਰਾ ਖਿਆਲ ਹੈ ਕਿ ਸਿੰਡੀਕੇਟ ਜਿਹੜੇ ਹੁੰਦੇ ਨਾ, ਸਿੰਡੀਕੇਟ ਜਾਂ ਜਿਹੜੇ ਗਰੁੱਪ ਹੁੰਦੇ ਨੇ ਜਿਹੜੇ ਇਹ ਹੋਮ ਬਿਲਡਰਸ ਤੇ ਜਿਹੜੇ ਵੱਡੇ ਲੈਵਲ 'ਤੇ, ਨੈਸ਼ਨਲ ਲੈਵਲ 'ਤੇ, ਇਹ ਸਾਰਾ ਆਪਣੀ ਜਿਹੜੀ ਅਸੈਸਮੈਂਟ ਹੈ ਇਹ ਗਵਰਨਮੈਂਟ ਨੂੰ ਦਿੰਦੇ ਹੈਗੇ ਆ ਵੀ ਆਹ ਟ੍ਰੈਂਡ ਹੈਗਾ, ਆਹ ਟ੍ਰੈਡੀਸ਼ਨ ਹੈਗਾ, ਫਿਊਚਰ 'ਚ ਜਿਹੜਾ ਇਸ ਤਰ੍ਹਾਂ ਹੋਣ ਵਾਲਾ ਹੈ ਸਭ ਪਤਾ। ਮੈਂ ਨਹੀਂ ਕਹਿੰਦਾ ਕਿ ਗਵਰਨਮੈਂਟ ਜਿਹੜੀ ਇੰਨੀ ਅਵੇਸਲੀ ਹੈਗੀ ਹੈ, ਖਾਸ ਕਰਕੇ ਕੈਨੇਡੀਅਨ ਗਵਰਨਮੈਂਟ, ਠੀਕ ਹੈ ਜੀ, ਜਿਹੜੀ ਇੰਨੀ ਐਡਵਾਂਸ ਕੰਟਰੀ ਟੌਪ 10 'ਚ ਗਿਣੀ ਜਾਂਦੀ ਹੈ ਦੁਨੀਆ 'ਚ। ਅਤੇ ਜਿਹੜਾ ਬੈਂਕ ਆਫ ਕੈਨੇਡਾ ਹੈਗਾ ਉਹਨੂੰ ਵੀ ਪਤਾ ਹੈਗਾ ਕੀ ਹੋਣ ਵਾਲਾ ਅੱਗੇ। ਠੀਕ ਹੈ ਜੀ, ਚੁੱਪ ਕੀਤੇ ਆ ਜਾਂ ਕੋਈ ਮੈਸ਼ਰਸ ਨਹੀਂ ਲੈ ਰਿਹਾ ਹੈ ਜਾਂ ਕੋਈ ਚੀਜ਼ ਜਿਹੜੀ ਐਸੀ ਜਿਹੜੀ ਇਹਨਾਂ ਕੋਲ ਕੰਟਰੋਲ ਨਹੀਂ ਹੋ ਰਹੀ, ਕਿਉਂ ਨਹੀਂ ਕੰਟਰੋਲ ਹੋ ਰਹੀ? ਮੈਂ ਤਾਂ ਅੱਗੇ ਦੇਖਦਾ ਕਿ ਜੇ ਡਰੱਗ ਕੰਟਰੋਲ ਕਰ ਸਕਦੇ ਹੈਗੇ, ਇੰਨੇ ਵੱਡੀ ਇੰਸਟਾਲਮੈਂਟਸ ਜਿਹੜੀਆਂ ਨੇ ਉਹ ਫੜ ਸਕਦੇ ਹੈਗੇ ਆ, ਅਤੇ ਇਹਦਾ ਰੀਜ਼ਨ ਫਾਈਂਡ ਆਊਟ ਕਰਕੇ ਇਹ ਕਿਉਂ ਨਹੀਂ ਕਰ ਸਕਦੇ ਹੈਗੇ ਕਿ ਕੀ ਰੀਜ਼ਨ ਹੈ ਕਿ ਕਿਉਂ ਨਹੀਂ ਇਹਦਾ ਹੋ ਰਿਹਾ? ਠੀਕ ਹੈ ਜੀ, ਸੋ ਇਹ ਜਿਹੜਾ ਅਵੇਸਲਾਪਣ ਹੈ ਮੇਰੇ ਖਿਆਲ 'ਚ ਇਹ ਜਾਣ ਬੁੱਝ ਕੇ ਇਹਨੂੰ ਹੋਣ ਦਿੱਤਾ ਜਾ ਰਿਹਾ। ਠੀਕ ਹੈ ਜੀ, ਹੋਣ ਦਿੱਤਾ ਜਾ ਰਿਹਾ, ਅਤੇ ਜਿਹੜੇ ਕੰਸਰਨ ਬੰਦੇ ਹੈਗੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਕਿ ਤੁਸੀਂ ਵੱਧ ਤੋਂ ਵੱਧ ਪੈਸਾ ਬਣਾਓ ਇਹ 'ਚੋਂ ਜਿੰਨਾ ਬਣਾ ਸਕਦੇ। ਇੱਕ ਤੁਸੀਂ ਜਿਹੜੀ ਗੱਲ ਕਰਦੇ ਪਏ ਨੇ ਵੀ ਜਾਣ ਬੁੱਝ ਕੇ ਹੋਣ ਦਿੱਤਾ ਜਾ ਰਿਹਾ, ਇਹ ਗੱਲ ਤੁਹਾਡੀ ਕਿਸੇ ਲੈਵਲ ਤੱਕ ਠੀਕ ਆ ਕਿ ਸਰਕਾਰਾਂ ਵੀ ਤੇ ਵੱਡੇ ਲੋਕ ਵੀ, ਬਿਊਰੋਕਰੇਟ ਵੀ ਤੇ ਸਿੰਡੀਕੇਟ ਵੀ ਸਾਰੇ ਰਲੇ ਮਿਲੇ ਹੁੰਦੇ। ਜਦੋਂ ਟੋਰਾਂਟੋ ਦੀ ਜਾਂ ਵੈਨਕੂਵਰ ਦੀ ਮਾਰਕੀਟ ਦੀ ਗੱਲ ਕਰਦੇ ਤੇ ਉਦੋਂ ਗਵਰਨਮੈਂਟ ਇਹ ਕਹਿੰਦੀ ਸੀ ਜੀ ਅਸੀਂ ਸਿਟੀ ਤੋਂ ਪ੍ਰੈਸ਼ਰ ਘਟਾਉਣਾ ਚਾਹੁੰਦੇ ਹਾਂ, GTA ਤੋਂ ਪ੍ਰੈਸ਼ਰ ਘਟਾਉਣਾ ਚਾਹੁੰਦੇ ਹਾਂ, ਅਸੀਂ ਲੋਕਾਂ ਨੂੰ ਸਲਾਹ ਦਿੰਦੇ ਹਾਂ ਕਿ ਸੈਟਲਾਈਟ ਸਿਟੀ ਵਿੱਚ ਚਲੇ ਜਾਓ, ਛੋਟੇ ਨਾਲ ਦੇ ਜਿਹੜੇ ਆ ਉਹ ਚਫੇਰੇ ਜਿਹੜੇ ਹੈਗੇ ਆ ਉਹਨਾਂ 'ਚ ਚਲੇ ਜਾਓ। ਵਿਨੀਪੈਗ 'ਚ ਤਾਂ ਇੱਦਾਂ ਦੀ ਪ੍ਰੋਬਲਮ ਨਹੀਂ, ਜ਼ਮੀਨ ਇੱਥੇ ਪਈ ਬਹੁਤ ਹੈ। ਵਿਨੀਪੈਗ 'ਚ ਅਜੇ ਵਿਦਨ ਪੈਰੀਮੀਟਰ ਹੀ ਬਹੁਤ ਹੈਗੀ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਸੀਂ ਟੋਰਾਂਟੋ ਦੇ ਡਾਊਨਟਾਊਨ ਤੋਂ ਬਰੈਂਪਟਨ ਆਉਣਾ ਹੈ ਨਾ, ਤੁਹਾਨੂੰ ਤਾਂ ਬਿਜ਼ੀ ਡੇ 'ਚ ਫਰਾਈਡੇ ਈਵਨਿੰਗ 'ਚ ਤੁਹਾਨੂੰ 2.5 ਘੰਟੇ ਲੱਗ ਜਾਂਦੇ। ਠੀਕ ਹੈ ਜੀ, ਤੁਸੀਂ ਅਗਰ ਵਿਨੀਪੈਗ ਤੋਂ 2.5 ਘੰਟੇ ਇੱਕ ਸਰਟਨ ਰੂਟ ਫੜ ਲਓ, ਤੁਸੀਂ 2.5 ਘੰਟੇ 'ਚ ਤੁਸੀਂ ਇੰਨੀ ਦੂਰ ਪਹੁੰਚ ਜਾਓਗੇ। ਦੂਜਾ ਪ੍ਰੋਵਿੰਸ ਸ਼ੁਰੂ ਹੋ ਜਾਊ। ਹਾਂਜੀ, ਦੂਜਾ ਪ੍ਰੋਵਿੰਸ ਤਾਂ ਨਹੀਂ ਸ਼ੁਰੂ ਹੋਏਗਾ, ਲੇਕਿਨ ਉਹਦੇ 'ਚ ਰਾਹ 'ਚ ਤੁਹਾਨੂੰ 10 ਸ਼ਹਿਰ ਮਿਲਣਗੇ। ਠੀਕ ਹੈ ਜੀ, 10 ਸ਼ਹਿਰ ਛੋਟੇ। ਠੀਕ ਹੈ ਜੀ, ਹਾਈਵੇ ਤੁਸੀਂ 8 ਚੱਲ ਜਾਓ, ਤੁਹਾਨੂੰ ਪਹਿਲਾਂ ਇੱਕ ਸਾਈਡ 'ਤੇ ਸੈਲਕਰਕ ਹੈਗਾ, ਇੱਕ ਤਾਂ ਸਟੋਨਵਾਲ ਪੈਂਦਾ ਹੈਗਾ, ਫਿਰ ਸਟੋਨੀ ਮਾਊਂਟੇਨ ਹੈਗਾ, ਅੱਗੇ ਮੈਗਰੇਗਰ ਸਿਟੀ ਆਉਂਦਾ ਹੈਗਾ, ਅੱਗੇ ਜਾ ਕੇ ਤੁਹਾਡਾ ਹੋਰ ਵੀ ਨਿੱਕੇ ਟਾਊਨ ਹੈਗੇ। ਹਾਈਵੇ 44 ਲੈ ਲਓ ਤੁਸੀਂ, ਉਹਦੇ 'ਚ ਬੋਯੋਜੂਰ ਹੈਗਾ, ਟਿੰਡਲ ਹੈਗਾ, ਨਿੱਕੇ ਬਹੁਤ ਸੋਹਣੇ ਹੈਗੇ ਨੇ। ਅੱਗੇ ਜਾ ਕੇ ਵਾਈਟ ਮਾਊਥ ਹੈਗਾ, ਫਿਰ ਅਤੇ ਉਹ ਫਲੈਟ ਨੇ, ਬਿਲਕੁਲ ਫਲੈਟ। ਠੀਕ ਹੈ ਜੀ,
ਔਰ ਆਈਡੀਅਲ ਹੈਗੇ ਨੇ ਰਹਿਣ ਵਾਸਤੇ। ਤਾਂ ਮੈਂ ਤਾਂ ਇਹ ਕਹਿੰਦਾ ਹੈਗਾ ਕਿ ਅਗਰ ਤੁਸੀਂ ਇੱਕ ਕੰਜੈਸਟਡ ਸਿਟੀ 'ਚ ਜਾ ਕੇ ਤੁਸੀਂ ਜਾਂ ਕੰਜੈਸ਼ਨ 'ਚ ਤੁਸੀਂ $1 ਮਿਲੀਅਨ ਤੁਸੀਂ ਡਾਲਰ ਖਰਚਣਾ ਹੈਗਾ, ਥੋੜ੍ਹਾ ਜਿਹਾ ਬਾਹਰ ਜਾ ਕੇ ਈਵਨ ਤੁਹਾਨੂੰ ਜਿਹੜਾ ਟ੍ਰੈਫਿਕ ਟਾਈਮ ਹੈ ਉਹ ਵੀ ਨਹੀਂ ਇੰਨਾ ਲੱਗਦਾ ਹੈਗਾ। ਸੈਲਕ੍ਰਿਕ ਸਿਟੀ ਐਗਜ਼ਾਮਪਲ ਲਓ ਤੁਸੀਂ, ਬਹੁਤ ਸੋਹਣਾ ਸਿਟੀ ਹੈ, ਇੱਥੋਂ 20 ਜਾਂ 25 ਮਿੰਟ ਲੱਗਦੇ ਹਾਰਡ। ਇਹਨੂੰ ਲੋਕਲ ਵਰਗਾ ਹੀ ਆ। ਲੌਕਪੋਰਟ ਹੈਗਾ, ਟਿੰਡਲ ਹੈਗਾ, ਫਿਰ ਓਕ ਬਫ ਹੈਗਾ ਹੈ ਨਾ ਜੀ, ਫਿਰ ਥੱਲੇ ਜਿਹੜਾ ਤੁਸੀਂ ਲਾ ਲਓ ਹੋਰ ਕਿੰਨੇ ਛੋਟੇ ਛੋਟੇ ਟਾਊਨ ਹੈਗੇ ਨੇ, ਉੱਥੇ ਚੱਲੇ ਸਟਾਈਨਬੈਕ ਹੈਗਾ। ਇਹ ਤਾਂ ਜਾਣ ਦੀ ਉੱਧਰ ਲੋੜ ਤਾਂ ਹੀ ਪਵੇ ਨਾ ਜੀ ਜੇ ਇੱਥੇ ਸ਼ਹਿਰ ਵਿੱਚ ਜ਼ਮੀਨ ਘਟ ਗਈ ਹੋਵੇ ਤਾਂ। ਇੱਦਾਂ ਦੀ ਗੱਲ ਤਾਂ ਹੈ ਨਹੀਂ, ਜ਼ਮੀਨ ਤਾਂ ਬਹੁਤ ਹੈ ਜੀ। ਹਾਂ, ਜਿਹੜੇ ਲੋਕ ਨਵਾਂ ਘਰ ਬਾਏ ਕਰਨਾ ਚਾਹੁੰਦੇ ਆ ਉਹ ਬਿਲਡਰ ਨੂੰ ਅਪਰੋਚ ਕਰਨ, ਬਿਲਡਰ 20 ਥਾਵਾਂ ਦੱਸ ਦਿੰਦਾ ਕਿ ਸ਼ਹਿਰ ਦੇ ਵਿੱਚ ਹੀ ਹੈਗਾ ਜੀ, ਤੁਹਾਨੂੰ 10-15 ਮਿੰਟ ਦੀ ਜਿਹੜੀ ਹੈ ਡਰਾਈਵ 'ਤੇ ਤੁਹਾਨੂੰ ਘਰ ਮਿਲ ਸਕਦਾ। ਉਹ ਜਿਹੜਾ ਉੱਥੇ ਦੀ ਗੱਲ ਸੀਗੀ ਉਹ ਡਿਫਰੈਂਟ ਸੀਗੀ। ਉੱਥੇ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਗੌਰਮੈਂਟ ਕਹਿੰਦੀ ਕਿ ਅਸੀਂ ਮੇਨ ਸਿਟੀ ਤੋਂ GTA ਤੋਂ ਪ੍ਰੈਸ਼ਰ ਘਟਾ ਕੇ ਤੇ ਲੋਕਾਂ ਨੂੰ ਸਲਾਹ ਦਿੰਦੇ ਪਏ ਆ ਸੈਟੇਲਾਈਟ ਸਿਟੀ ਵਿੱਚ ਜਾਣ ਦੀ। ਇੱਥੇ ਸ਼ਾਇਦ ਸੈਟੇਲਾਈਟ ਸਿਟੀ ਵਿੱਚ ਜਾਣ ਦਾ ਕਨਸੈਪਟ ਅਜੇ ਨਹੀਂ ਆਇਆ। ਜਿਹੜਾ ਬੰਦਾ ਵਿਨੀਪੈਗ ਏਅਰਪੋਰਟ 'ਤੇ ਕੰਮ ਕਰਦਾ ਉਹ ਸੈਲਕ੍ਰਿਕ ਨਹੀਂ ਜਾਂਦਾ, ਉਹ ਸੋਚਦਾ ਕਿ ਮੈਨੂੰ ਇੱਥੇ ਨੇੜੇ ਤੇੜੇ ਕਿਤੇ ਮਿਲ ਜਾਵੇ। ਜੇ ਸੈਲਕ੍ਰਿਕ ਰਹਿੰਦਾ ਵਾ ਤੇ ਉਹ ਏਅਰਪੋਰਟ ਦੀ ਜੋਬ ਨੂੰ ਪਸੰਦ ਨਹੀਂ ਕਰਦਾ, ਉਹ ਕੋਈ ਹੋਰ ਜੋਬ ਲੱਭਦਾ, ਕਹਿੰਦਾ ਉਹ ਏਅਰਪੋਰਟ ਮੈਨੂੰ ਦੂਰ ਹੈਗਾ ਪੈਂਦਾ, ਹਾਲਾਂਕਿ 20 ਮਿੰਟ ਦੀ ਡਰਾਈਵ 25 ਮਿੰਟ ਦੀ ਸਾਰੀ ਹੈਗੀ ਹੈ। ਸੋ ਮਤਲਬ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਜਿਹੜਾ ਕਾਰਨ ਭਾਵੇਂ ਕੋਈ ਹੋਵੇ, ਪੈਨਿਕ ਨਹੀਂ ਹੋਣਾ ਚਾਹੀਦਾ। ਪੈਨਿਕ ਨਹੀਂ ਹੋਣਾ, ਪੈਨਿਕ ਕਿਸੇ ਸਿਚੁਏਸ਼ਨ 'ਚ ਵੀ ਨਹੀਂ ਹੋਣਾ ਚਾਹੀਦਾ। ਦੇਖੋ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜਦੋਂ ਪੈਨਿਕ ਹੋ ਜਾਂਦਾ ਬੰਦਾ ਨਾ ਉਹਦੀ ਅੱਧੀ ਮੱਤ ਮਾਰੀ ਜਾਂਦੀ ਹੈ। ਠੀਕ ਹੈ ਜੀ, ਕਿਸੇ ਸਿਚੁਏਸ਼ਨ 'ਚ ਘਬਰਾਹਟ ਜਾ ਕੇ ਗਲਤ ਫੈਸਲੇ ਹੋ ਜਾਂਦੇ। ਠੀਕ ਹੈ ਜੀ। ਇੱਕ ਮੈਂ ਤੁਹਾਨੂੰ ਦੱਸਦਾ ਕਿ ਇੱਕ ਪੁਰਾਣਾ ਪੋਲੀਟੀਸ਼ੀਅਨ ਸੀ, ਇੱਕ ਵਾਰੀ ਚੰਡੀਗੜ੍ਹ ਜਾ ਰਿਹਾ ਤੇ ਉਹ ਰਸਤੇ 'ਚ ਉਹਦੀ ਗੱਡੀ ਥੱਲੇ ਆ ਕੇ ਇੱਕ ਸਿਆਹ ਮਰ ਗਿਆ, ਖਰਗੋਸ਼ ਮਰ ਗਿਆ। ਉਹਨੇ ਅੱਗੇ ਜਾ ਕੇ ਗੱਡੀ ਖਿਲਾਰ ਲਈ ਤੇ ਅਵਤਾਰ ਸਿੰਘ ਬ੍ਰੇਕ ਮਾਰ ਜਰਾ, ਅਵਤਾਰ ਸਿੰਘ ਨੇ ਬ੍ਰੇਕ ਮਾਰਤੀ, ਪੋਲੀਟੀਸ਼ੀਅਨ ਬਾਹਰ ਨਿਕਲਿਆ। ਉਹਨੇ ਕਿਹਾ ਅਵਤਾਰ ਸਿੰਘ ਤੈਨੂੰ ਪਤਾ ਵੀ ਆ ਸਿਆਹ ਕਿਉਂ ਮਰਿਆ? ਉਹ ਕਹਿੰਦਾ ਜੀ ਕਿਸਮਤ ਸੀ ਵਿਚਾਰੇ ਦੀ, ਆਈ ਸੀ ਮਰ ਗਿਆ। ਕਹਿੰਦਾ ਕਿਸਮਤ ਕਰਕੇ ਨਹੀਂ ਮਰਿਆ, ਇਸ ਕਰਕੇ ਨਹੀਂ ਮਰਿਆ ਸਿਟੀ ਦੇ ਸੜਕ ਦੇ ਐਨ ਵਿਚਕਾਰ ਆ ਕੇ ਮੇਰੀ ਗੱਡੀ ਆਉਂਦਿਆਂ ਵੇਖ ਕੇ ਪੈਨਿਕ ਹੋ ਗਿਆ ਤੇ ਡਿਸਾਈਡ ਨਹੀਂ ਕਰ ਪਾ ਰਿਹਾ ਮੈਂ ਅੱਗੇ ਜਾਵਾਂ ਕਿ ਪਿੱਛੇ ਜਾਵਾਂ। ਠੀਕ ਹੈ ਜੀ, ਜੇ ਥੋੜਾ ਜਿਹਾ ਵੀ ਅਗਰ ਹਿੰਮਤ ਕਰਦਾ ਤਾਂ ਬਚ ਸਕਦਾ ਸੀ, ਨਿਕਲ ਜਾਣਾ ਸੀ। ਠੀਕ ਹੈ ਜੀ। ਪ੍ਰਤਾਪ ਸਿੰਘ ਕਰਨ ਦੀ ਗੱਲ ਕਰ, ਪ੍ਰਤਾਪ ਸਿੰਘ ਕਰਨ ਦੀ ਗੱਲ ਕਰ ਰਿਹਾ ਮੈਂ ਜੋ ਪੜ੍ਹਿਆ। ਮੈਂ ਇਹ ਨਹੀਂ ਕਹਿੰਦਾ ਕਿ ਉਹਦੀ ਗੱਲ ਹੋਈ, ਲੇਕਿਨ ਮੈਂ ਜੋ ਪੜ੍ਹਿਆ ਹੈਗਾ। ਠੀਕ ਹੈ ਜੀ। ਸੋ ਇਹ ਹੈ ਕਿ ਕਰੂਸ਼ੀਅਲ ਮੂਮੈਂਟ 'ਤੇ ਅਗਰ ਪੈਨਿਕ ਹੋ ਗਏ ਤਾਂ ਸਮਝੋ ਅੱਧੀ ਜੰਗ ਹਾਰ ਗਏ। ਬਿਲਕੁਲ ਜੀ, ਪੈਨਿਕ ਨਹੀਂ ਹੋਣਾ ਚਾਹੀਦਾ। ਘਰ ਬਹੁਤ ਬਣਨੇ ਆ, ਬਹੁਤ ਬਣ ਰਹੇ ਆ। ਆਉਣ ਵਾਲੇ ਸਮੇਂ 'ਚ ਵਿਨੀਪੈਗ ਨੇ ਹੋਰ ਬਹੁਤ ਡਿਵੈਲਪ ਹੋਣਾ। ਬਹੁਤ ਜ਼ਮੀਨ ਹੈ ਜੀ, ਬੋਲੀ ਜ਼ਮੀਨ ਹੈ। ਹਾਂਜੀ, ਲੱਖਾਂ ਏਕੜ ਜ਼ਮੀਨ ਫਲੈਟ ਹੈਗੀ ਹੈ, ਕੋਈ ਪਹਾੜੀ ਨਹੀਂ ਇੱਥੇ, ਕੋਈ ਦਰਿਆ ਨਹੀਂ, ਲੇਕਾਂ ਪੈਂਦੀਆਂ ਨੇ ਬਹੁਤ ਦੂਰ ਪੈਂਦੀਆਂ ਨੇ, ਲੇਕਿਨ ਬਹੁਤ ਖੁੱਲੀ ਜ਼ਮੀਨ ਹੈ। ਥੋੜ੍ਹਾ ਰਿਲੈਕਸ ਹੋਵੋ, ਥੋੜ੍ਹਾ ਦੇਖੋ ਸਿਚੁਏਸ਼ਨ ਨੂੰ, ਆਟੋਮੈਟਿਕਲੀ ਜਿਹੜਾ ਹਾਈਪ ਆਇਆ ਹੈਗਾ ਥੱਲੇ ਆ ਜਾਏਗਾ। ਜਦੋਂ ਥੱਲੇ ਬਹੁਤ ਮਿਹਰਬਾਨੀ ਚੰਦਾ ਜੀ, ਬੜੀਆਂ ਪਿਆਰੀਆਂ ਗੱਲਾਂ ਕੀਤੀਆਂ। ਥੈਂਕ ਯੂ ਵੈਰੀ ਮਚ।